ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਕਈ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ ਤੇ ਕਈ ਤਬਦੀਲੀਆਂ ਦੇ ਬਾਰੇ ਇਸ ਸਮੇਂ ਰਣਨੀਤੀ ਵੀ ਬਣਾਈ ਜਾ ਰਹੀ ਹੈ, ਜਿਸ ਦੇ ਬਾਰੇ ਪਹਿਲਾਂ ਸੰਕੇਤ ਵੀ ਦਿੱਤੇ ਗਏ ਨੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਹੁਣ ਇਸ ਦਾ ਜ਼ਿਕਰ ਕੀਤਾ ਹੈ ਕਿ ਜਿਵੇਂ ਵਿਜ਼ਟਰ ਵੀਜ਼ਾ ਦੇ ਵਾਸਤੇ ਜਿਨ੍ਹਾਂ ਦੇ ਵੱਲੋਂ ਵੀ ਅਪਲਾਈ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਜਿੱਥੇ ਉਹ ਰਹਿੰਦੇ ਨੇ ਉਸ ਥਾਂ ਦੇ ਨਾਲ ਆਪਣੇ ਟਾਈਜ਼ ਯਾਨੀ ਕਿ ਉਸ ਥਾਂ ਦੇ ਨਾਲ ਉਹ ਕਿੰਨੇ ਜੁੜੇ ਹੋਏ ਨੇ ਇਹ ਦਿਖਾਉਣਾ ਪੈਂਦਾ ਹੈ ਤਾਂ ਕਿ ਉਹ ਸਬੂਤ ਪੇਸ਼ ਕਰ ਸਕਣ ਕਿ ਉਹ ਵਾਪਸ ਆਪਣੇ ਦੇਸ਼ ਮੁੜਨਗੇ ਜ਼ਰੂਰ। ਤੇ ਇਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀ ਜਾਣਕਾਰੀ ਦਿੱਤੀ ਹੈ ਕਿ ਕੀ ਇਸ ਦੇ ਵਿੱਚ ਤਬਦੀਲੀ ਹੋ ਸਕਦੀ ਹੈ, ਉਹ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਅਸੀਂ ਦਿਖਾਵਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਨੇ, ਜਿਸ ਦੇ ਬਾਰੇ ਸੰਕੇਤ ਦੇਣ ਦੇ ਨਾਲ ਹੀ ਦਾਅਵੇ ਤੇ ਬਦਲਾਅ ਦੇ ਐਲਾਨ ਸਮੇਂ-ਸਮੇਂ ਦੇ ਉੱਤੇ ਕੀਤੇ ਵੀ ਜਾ ਰਹੇ ਨੇ। ਜਿਵੇਂ ਜਦੋਂ ਵੀ ਵਿਜ਼ਟਰ ਵੀਜ਼ਾ ਖਾਸ ਤੌਰ ਦੇ ਉੱਤੇ ਕੋਈ ਅਪਲਾਈ ਕਰਦਾ ਹੈ ਤਾਂ ਉਹਨਾਂ ਨੂੰ ਇਹ ਸਬੂਤ ਦੇਣੇ ਪੈਂਦੇ ਨੇ ਕਿ ਬੈਕ ਹੋਮ ਯਾਨੀ ਕਿ ਜਿਹੜੇ ਦੇਸ਼ ਵਿੱਚ ਜਿਸ ਥਾਂ ਦੇ ਉੱਤੇ ਉਹ ਰਹਿੰਦੇ ਨੇ ਉੱਥੇ ਮੁੜਨ ਦੇ ਲਈ ਉਹਨਾਂ ਦੇ ਕੋਲ ਠੋਸ ਕਾਰਨ ਕੀ ਹੈ, ਜਿਸ ਦੇ ਲਈ ਬਿਜ਼ਨਸ, ਨੌਕਰੀ, ਪ੍ਰਾਪਰਟੀ ਦੇ ਬਾਰੇ ਹੋਰ ਜਾਣਕਾਰੀ ਦੇਣੀ ਪੈਂਦੀ ਹੈ। ਤੇ ਫਿਰ ਵੀ ਜਦੋਂ ਕੈਨੇਡਾ ਰਿਫਿਊਜ਼ਲ ਦਿੰਦਾ ਹੈ ਤਾਂ ਉਸ ਦੇ ਵਿੱਚ ਮੁੱਖ ਕਾਰਨ ਲਿਖਿਆ ਹੋਇਆ ਹੁੰਦਾ ਹੈ ਕਿ ਇਮੀਗ੍ਰੇਸ਼ਨ ਆਫੀਸਰ ਨੂੰ ਇਹ ਲੱਗਦਾ ਹੈ ਕਿ ਵੀਜ਼ਾ ਲਾਉਣ ਵਾਲੇ ਕੋਲ ਕੋਈ ਠੋਸ ਕਾਰਨ ਨਹੀਂ ਹੈ ਵਾਪਸ ਮੁੜਨ ਦਾ ਤੇ ਉਹ ਕੈਨੇਡਾ ਦੇ ਵਿੱਚ ਹੀ ਰਹਿ ਜਾਵੇਗਾ ਜਾਂ ਜਾਵੇਗੀ, ਜਿਸ ਦੇ ਕਰਕੇ ਉਹ ਵੀਜ਼ਾ ਰਿਫਿਊਜ਼ ਕਰ ਰਹੇ ਨੇ। ਪਰ ਇਸ ਦੇ ਵਿੱਚ ਹੌਲੀ-ਹੌਲੀ ਤਬਦੀਲੀ ਕੀਤੀ ਜਾ ਰਹੀ ਹੈ, ਜਿਸ ਦੇ ਬਾਰੇ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਹੈ, ਜਿਨ੍ਹਾਂ ਨੇ ਸਿਹਤ ਕਾਮਿਆਂ ਨਾਲ ਗੱਲਬਾਤ ਕਰਦੇ ਹੋਏ ਇੱਕ ਸਿਹਤ ਕਾਮੇ ਦੇ ਸਵਾਲ ਦੇ ਉੱਤੇ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵਿਜ਼ਟਰ ਵੀਜ਼ਾ ਲਾਉਂਦਾ ਹੈ ਤਾਂ ਉਸ ਨੂੰ ਇਹ ਕਹਿਣਾ ਠੀਕ ਨਹੀਂ ਕਿ ਉਹ ਇੱਥੇ ਹੀ ਰਹਿ ਜਾਵੇਗਾ, ਜਿਸ ਕਰਕੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਜਾਂਦਾ ਹੈ। ਜਿਨ੍ਹਾਂ ਕਿਹਾ ਕਿ ਸਿਸਟਮ ਇਸ ਗੱਲ ਦੇ ਉੱਤੇ ਆਧਾਰਿਤ ਹੈ ਅਜੇ ਵੀ ਕਿ ਸਬੂਤ ਦਵੋ ਕਿ ਤੁਸੀਂ ਕੈਨੇਡਾ ਵਿੱਚ ਪੱਕੇ ਤੌਰ ਦੇ ਉੱਤੇ ਨਹੀਂ ਰਹੋਗੇ। Prove to me that you won't stay if you come, right? ਜੇਕਰ ਕਿਸੇ ਕੋਲ ਵਧੀਆ ਨੌਕਰੀ ਹੈ, ਘਰ ਹੈ ਤੇ ਬੈਕ ਹੋਮ ਵਧੀਆ ਸਟੇਟਸ ਹੈ ਤਾਂ ਇਹ ਸੁਖਾਲਾ ਹੋ ਜਾਂਦਾ ਹੈ ਇਮੀਗ੍ਰੇਸ਼ਨ ਆਫੀਸਰ ਨੂੰ ਵਿਸ਼ਵਾਸ ਦਿਵਾਉਣ ਦੇ ਵਿੱਚ ਕਿ ਉਹ ਆ ਸਕਦੇ ਨੇ। ਪਰ ਜੇਕਰ ਕਿਸੇ ਦੀ ਮਾਂ ਇਸ ਦੇ ਕਰਕੇ ਆਉਣਾ ਚਾਹੁੰਦੀ ਹੈ ਕਿ ਉਹ ਬਹੁਤ ਪਿਆਰ ਕਰਦੀ ਹੈ ਤੇ ਉਹ ਨਾਲ ਰਹਿਣਾ ਚਾਹੁੰਦੀ ਹੈ ਤੇ ਅਜਿਹੇ ਵਿੱਚ ਇਮੀਗ੍ਰੇਸ਼ਨ ਅਧਿਕਾਰੀ ਕਹੇ ਕਿ ਉਹ ਆਪਣੀ ਧੀ ਦੇ ਨਾਲ ਰਹਿਣਾ ਚਾਹੁੰਦੀ ਹੈ ਤੇ ਪੱਕੇ ਤੌਰ ਤੇ ਰਹਿ ਜਾਵੇਗੀ, ਜੋ ਚੰਗਾ ਨਹੀਂ ਹੈ ਤੇ ਉਹ ਵੀਜ਼ਾ ਨਹੀਂ ਦਿੰਦੇ। See, that's what we have to shift. ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਬਦਲਣ ਦੀ ਲੋੜ ਹੈ, ਜਿਨ੍ਹਾਂ ਕਿਹਾ ਕਿ ਇਹ ਕਹਿਣਾ ਬੰਦ ਕਰਨਾ ਪਵੇਗਾ ਕਿ ਇਹ ਕੋਈ ਬੁਰੀ ਗੱਲ ਹੈ ਜੇਕਰ ਇਹ ਲੋਕ ਇੱਥੇ ਹੀ ਰਹਿਣਾ ਤੇ ਕੰਮ ਕਰਨਾ ਚਾਹੁੰਦੇ ਨੇ। We have to stop saying, well, it would be a bad thing if these people were to choose to stay. It would be a good thing for your mom to choose to stay. ਜੋ ਇੱਕ ਚੰਗੀ ਗੱਲ ਹੈ ਜੇਕਰ ਕੋਈ ਪਰਿਵਾਰਕ ਮੈਂਬਰ ਇੱਥੇ ਹੀ ਰਹਿਣਾ ਚਾਹੁੰਦਾ ਹੈ, ਜਿਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਕਈ ਤਬਦੀਲੀਆਂ ਕੀਤੇ ਜਾਣ ਦੇ ਉੱਤੇ ਰਣਨੀਤੀ ਬਣਾਈ ਜਾ ਰਹੀ ਹੈ। ਇਸੇ ਨਾਲ ਜੁੜੇ ਆਉਂਦੇ ਸਮੇਂ ਦੇ ਵਿੱਚ ਛੇਤੀ ਹੀ ਕਈ ਐਲਾਨ ਵੀ ਹੋ ਸਕਦੇ ਨੇ, ਜਿਸ ਦੇ ਬਾਰੇ ਅੱਗੇ ਕੋਈ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ। And we are working very, very hard. Our immigration minister, Sean Fraser, is working very, very hard on trying to shift the way we look at immigration and make sure that we're bringing people in. Because people are like, oh, there's a housing shortage, we shouldn't bring in too many people. There's a labor shortage in the construction industry in building houses. So as we bring in more people who can build houses, we will solve some of the housing shortage. So there's solutions in this. So part of it is shifting the attitudes. Part of it is also just improving our ability to process using proper digital means and computer means. A lot of this is still done by paper. These are things we're trying to change, but in the post-pandemic world where people are not working the same way, there's challenges in this. ਜਿਵੇਂ ਕਿ ਜਾਣਕਾਰੀ ਸਾਂਝੀ ਕੀਤੀ ਗਈ ਹੈ, ਇਸ ਦੇ ਬਾਰੇ ਜੇਕਰ ਅੱਗੇ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ। ਜਿਵੇਂ ਕਿ ਵਿਜ਼ਟਰ ਵੀਜ਼ਾ ਅਪਲਾਈ ਕਰਨ ਵਾਲਿਆਂ ਵਾਸਤੇ ਕੁਝ ਤਬਦੀਲੀਆਂ ਦਾ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਗਿਆ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ। ਹੁਣ ਰੁਕ ਅਗਲੀ ਖਬਰ ਦੇ ਵੱਲ ਕਰਦੇ ਹਾਂ। ਜਿਵੇਂ ਕਿ ਸਟੈਟਸ ਕੈਨੇਡਾ ਨੇ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ। ਕੈਨੇਡਾ ਭਰ ਵਿੱਚ ਲੋਕ ਮਹਿੰਗਾਈ ਕਰਕੇ ਪਰੇਸ਼ਾਨ ਨੇ ਤੇ 44% ਤੱਕ ਲੋਕ ਇਸ ਸਮੇਂ ਕੈਨੇਡਾ ਭਰ ਵਿੱਚ ਅਜਿਹੇ ਨੇ ਜੇਕਰ ਉਹਨਾਂ ਦੇ ਕੋਲ ਇੱਕਦਮ $500 ਤੱਕ ਦਾ ਖਰਚਾ ਕਰਨ ਨੂੰ ਆ ਜਾਵੇ ਤਾਂ ਉਸ ਖਰਚੇ ਨੂੰ ਉਹ ਨਹੀਂ ਕਰ ਸਕਣਗੇ, ਜਿਸ ਦਾ ਜ਼ਿਕਰ ਕਰਦੇ ਹੋਏ ਜਿੱਥੇ ਇੱਕ ਪਾਸੇ ਸਟੈਟਸ ਕੈਨੇਡਾ ਨੇ ਰਿਪੋਰਟ ਜਾਰੀ ਕੀਤੀ ਹੈ ਤਾਂ ਇਸ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਵੀ ਕਈ ਸਵਾਲ ਪੁੱਛੇ ਗਏ, ਜਿਸ ਦਾ ਕਿ ਟਰੂਡੋ ਸਰਕਾਰ ਦੇ ਵੱਲੋਂ ਕੀ ਜਵਾਬ ਦਿੱਤਾ ਗਿਆ ਤੁਹਾਨੂੰ ਸੁਣਾਉਂਦੇ ਹਾਂ। ਹਰ ਰੋਜ਼ ਦੇ ਜ਼ਰੂਰੀ ਖਰਚ ਦੇ ਲਈ ਵੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਕਈ ਕੈਨੇਡਾ ਵਾਸੀਆਂ ਨੂੰ ਜੇਕਰ ਇੱਕਦਮ ਕੋਈ ਹੋਰ ਖਰਚਾ $500 ਤੱਕ ਦਾ ਵੀ ਕਰਨਾ ਪੈ ਜਾਵੇ ਤਾਂ ਉਹ ਉਸ ਖਰਚ ਦੀ ਤਾਬ ਨਹੀਂ ਝੱਲ ਸਕਣਗੇ। ਸਟੈਟਸ ਕੈਨੇਡਾ ਨੇ ਤਾਜ਼ਾ ਰਿਪੋਰਟ ਵਿੱਚ 44% ਕੈਨੇਡਾ ਵਾਸੀ
ਵਾਸੀਆਂ ਦੇ ਲਈ ਇਹ ਦਾਅਵਾ ਕੀਤਾ ਹੈ, ਜੋ ਕਰੀਬ ਅੱਧੀ ਆਬਾਦੀ ਦੇ ਕਰੀਬ ਦੀ ਗਿਣਤੀ ਹੈ, ਜਿਨ੍ਹਾਂ ਦੇ ਬਾਰੇ ਕਿਹਾ ਗਿਆ ਹੈ ਕਿ ਉਹ ਘਰ ਜਾਂ ਕਿਰਾਏ ਦੇ ਖਰਚੇ ਪੂਰੇ ਕਰਨ ਦੇ ਲਈ ਵੀ ਸੰਘਰਸ਼ ਕਰ ਰਹੇ ਨੇ। ਨੌਜਵਾਨ ਕੈਨੇਡਾ ਵਾਸੀ ਜ਼ਿਆਦਾ ਸੰਘਰਸ਼ ਕਰ ਰਹੇ ਨੇ। ਸੋਮਵਾਰ ਨੂੰ ਸਟੈਟਸ ਕੈਨੇਡਾ ਨੇ ਜਾਰੀ ਕੀਤੀ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ, ਜਿਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਇਸ ਦੇ ਨਾਲ ਜੁੜੇ ਕਈ ਸਵਾਲ ਚੁੱਕੇ ਗਏ। ਇਸੇ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਲੋਕ ਸਭਾ ਮੈਂਬਰ ਟਿਮ ਉੱਪਲ ਨੇ ਟਰੂਡੋ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਤੇ ਉਹਨਾਂ ਨੂੰ ਕਾਰਬਨ ਟੈਕਸ ਤੋਂ ਕੈਨੇਡਾ ਵਾਸੀਆਂ ਨੂੰ ਮੁਕਤ ਕਰਨ ਦੇ ਲਈ ਕਿਹਾ, ਜਿਸ ਦੇ ਜਵਾਬ ਵਿੱਚ ਲਿਬਰਲ ਐਮਪੀ ਨੇ ਦਾਅਵਾ ਕੀਤਾ ਕਿ ਇੱਕ ਪਾਸੇ ਕੰਜ਼ਰਵੇਟਿਵ ਕੈਨੇਡਾ ਵਾਸੀਆਂ ਦੇ ਲਈ ਚਿੰਤਾ ਦਾ ਪ੍ਰਗਟਾਵਾ ਕਰਦੇ ਇਹ ਸਵਾਲ ਕਰ ਰਹੇ ਨੇ, ਤਾਂ ਦੂਜੇ ਪਾਸੇ ਉਹਨਾਂ ਦੇ ਵੱਲੋਂ ਕੈਨੇਡਾ ਵਾਸੀਆਂ ਦੀ ਮਦਦ ਦੇ ਲਈ ਜੋ ਲਿਬਰਲਸ ਨੇ ਪ੍ਰੋਗਰਾਮ ਲਿਆਉਣ ਦੀ ਪੇਸ਼ਕਸ਼ ਕੀਤੀ, ਉਸ ਦੇ ਲਈ ਸਮਰਥਨ ਨਹੀਂ ਦਿੱਤਾ ਗਿਆ। Mr. Speaker, the reality is that after 8 years of this Prime Minister, 1 in 4 Canadians cannot afford a $500 unexpected expense. Nearly half of Canadians are concerned about affording their rent and their mortgage payments, which have doubled under this Prime Minister. And too many Canadians are concerned about heating their homes because it has become so expensive under this Prime Minister. And now, on top of that, the Liberals are going to triple the carbon tax. Will they help Canadians out by keeping the heat on and take the tax off? The Honourable Minister for Tourism. Mr. Speaker, the hypocrisy of the other side is astounding. We're talking about affordability, about helping Canadians to make ends meet, and the other side voted against a $500 top-up on housing. They voted against dental supports for 500,000 kids. They voted against rental supports. Mr. Speaker, they voted against supporting Canadians at a time when they needed it the most. They have no plan. We do. We will keep supporting Canadians. ਇਸ ਮੌਕੇ ਰਾਜਨੀਤਿਕ ਆਗੂਆਂ ਦੇ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਦਾਅਵੇ ਤੇ ਕੈਨੇਡਾ ਵਾਸੀਆਂ ਦੀ ਮਦਦ ਦੇ ਲਈ ਬੋਲਣ ਜਾਂ ਕਦਮ ਚੁੱਕਣ ਦੇ ਦਾਅਵੇ ਤਾਂ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਨੇ, ਪਰ ਇਸ ਸਮੇਂ ਜ਼ਮੀਨੀ ਹਕੀਕਤ ਦੇ ਨਾਲ ਨਜਿੱਠਦੇ ਹੋਏ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਦੇ ਲਈ ਕੋਈ ਠੋਸ ਕਦਮ ਚੁੱਕਿਆ ਜਾ ਰਿਹਾ ਦਿਖਾਈ ਨਹੀਂ ਦੇ ਰਿਹਾ, ਜਿਸ ਦੇ ਨਾਲ ਸੱਚਮੁੱਚ ਹੀ ਘਰਾਂ ਦੇ ਕਿਰਾਏ ਜਾਂ ਕਿਸ਼ਤਾਂ ਜਾਂ ਫਿਰ ਗਰੋਸਰੀ ਵੀ ਪੂਰੀ ਨਾ ਖਰੀਦ ਸਕਣ ਕਰਕੇ ਪਰੇਸ਼ਾਨ ਹੋ ਰਹੇ ਕੈਨੇਡਾ ਵਾਸੀਆਂ ਦੀ ਮਦਦ ਕੀਤੀ ਜਾ ਸਕੇ। ਅੱਗੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਕਾਫੀ ਮੰਦਭਾਗੀ ਖਬਰ ਸਾਹਮਣੇ ਆਈ ਓਨਟਾਰੀਓ ਤੋਂ, ਜਿੱਥੇ ਕਿ 3 ਇੰਟਰਨੈਸ਼ਨਲ ਵਿਦਿਆਰਥੀਆਂ ਦੀ ਮੌਤ ਹੋ ਗਈ ਇੱਕ ਸੜਕ ਹਾਦਸੇ ਵਿੱਚ, ਜੋ ਕਿ ਬੰਗਲਾਦੇਸ਼ ਤੋਂ ਪੜ੍ਹਨ ਵਾਸਤੇ ਕੈਨੇਡਾ ਆਏ ਸਨ ਤੇ ਸਟੱਡੀ ਪਰਮਿਟ ਤੇ ਸਨ। ਕੈਨੇਡਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਕਰਕੇ 3 ਇੰਟਰਨੈਸ਼ਨਲ ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ। ਇੱਕ ਜਣੇ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਐਟੋਬਿਕੋਕ ਵਿੱਚ ਇਹ ਸੜਕ ਹਾਦਸਾ ਵਾਪਰਿਆ, ਜਿਸ ਦੇ ਬਾਰੇ ਓਨਟਾਰੀਓ ਪੁਲਿਸ ਨੇ ਕਿਹਾ ਕਿ ਇਹ ਕਾਫੀ ਦਰਦਨਾਕ ਸੜਕ ਹਾਦਸਾ ਸੀ, ਜਿਸ ਦੇ ਪਿੱਛੇ ਮੁੱਖ ਕਾਰਨ ਤੇਜ਼ ਰਫ਼ਤਾਰ ਨੂੰ ਦੱਸਿਆ ਗਿਆ ਹੈ। ਸੋਮਵਾਰ ਦੀ ਰਾਤ 11:30 ਵਜੇ ਹਾਈਵੇ 427 ਤੇ ਡੰਡਾਸ ਐਗਜ਼ਿਟ ਦੇ ਉੱਤੇ ਇਹ ਵਾਪਰਿਆ। ਇੱਕ ਵਾਹਨ ਜਿਸ ਦੇ ਵਿੱਚ 4 ਜਣੇ ਸਨ ਤੇਜ਼ ਰਫ਼ਤਾਰ ਕਰਕੇ ਬੇਕਾਬੂ ਹੋ ਗਿਆ ਤੇ ਕੰਧ ਨਾਲ ਟਕਰਾਉਣ ਤੋਂ ਬਾਅਦ ਟੋਏ ਵਿੱਚ ਡਿੱਗ ਗਿਆ ਤੇ ਫਿਰ ਉਹੀ ਵਾਹਨ ਕੰਕਰੀਟ ਦੀ ਕੰਧ ਨਾਲ ਦੁਬਾਰਾ ਤੋਂ ਟਕਰਾਇਆ, ਜਿਸ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ। 4 ਨੌਜਵਾਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ। 2 ਨੌਜਵਾਨ ਗੱਡੀ ਦੀ ਪਿਛਲੀ ਸੀਟ ਤੇ ਸਨ, ਜਿਨ੍ਹਾਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਅੱਗੇ ਵਾਲੀ ਸੀਟ ਤੇ ਇੱਕ ਲੜਕੀ ਬੈਠੀ ਸੀ, ਜਿਸ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ ਤੇ ਹਸਪਤਾਲ 'ਚ ਪਹੁੰਚ ਕੇ ਉਸ ਲੜਕੀ ਨੇ ਦਮ ਤੋੜ ਦਿੱਤਾ। ਲੜਕੀ ਦੀ ਉਮਰ ਮਹਿਜ਼ 20 ਸਾਲ ਸੀ, ਜੋ ਇੰਟਰਨੈਸ਼ਨਲ ਵਿਦਿਆਰਥਣ ਹੀ ਸੀ। ਗੱਡੀ ਦੀ ਪਿਛਲੀ ਸੀਟ ਦੇ ਉੱਤੇ ਇੱਕ 20 ਸਾਲ ਤੇ ਇੱਕ 17 ਸਾਲ ਦਾ ਨੌਜਵਾਨ ਸੀ, ਜਿਨ੍ਹਾਂ ਦੀ ਵੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਗੱਡੀ ਨੂੰ 21 ਸਾਲ ਦਾ ਨੌਜਵਾਨ ਚਲਾ ਰਿਹਾ ਸੀ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਹ ਹਸਪਤਾਲ ਦੇ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਟੋਰਾਂਟੋ ਦੇ ਵਿੱਚ ਰਹਿੰਦੇ ਸਨ, ਜੋ ਕਿ ਬੰਗਲਾਦੇਸ਼ ਤੋਂ ਇੰਟਰਨੈਸ਼ਨਲ ਵਿਦਿਆਰਥੀਆਂ ਵਜੋਂ ਕੈਨੇਡਾ ਆਏ ਤੇ ਇਸ ਸਮੇਂ ਵੀ ਸਟੱਡੀ ਪਰਮਿਟ ਦੇ ਉੱਤੇ ਸਨ। ਜੇਕਰ ਕਿਸੇ ਨੂੰ ਵੀ ਇਸ ਦੇ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਤਾਂ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨਾਲ 4162354981 ਤੇ ਫੋਨ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। The investigation into the triple fatality that happened last night on Highway 427 at Dundas Street continues. I can tell you now that the 4 people involved in that collision have been identified. The 3 deceased victims, 2 20-year-olds, a 20-year-old female, a 20-year-old male, as well as a 17-year-old male. The injured driver remains in critical condition in hospital, a 21-year-old male. I can tell you they are all residents of Toronto on study permits right now from Bangladesh, and the families have all been notified. We continue to work out the circumstances of this crash and appeal for any witnesses that can assist us in this tragic outcome from this serious collision that took place last night. Anyone with information, call Toronto OPP 416-235-4981.
ਜਿਵੇਂ ਕਿ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ ਤੇ ਜੰਗ ਲਗਾਤਾਰ ਜਾਰੀ ਹੈ, ਤਾਂ ਇਸ ਸਮੇਂ ਦੌਰਾਨ ਯੂਕਰੇਨ ਦਾ ਸਮਰਥਨ ਵੱਧ ਚੜ੍ਹ ਕੇ ਕੈਨੇਡਾ ਤੇ ਹੋਰ ਦੇਸ਼ਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਕੈਨੇਡਾ ਵੱਲੋਂ ਬਾਰ-ਬਾਰ ਇਸ ਨੂੰ ਲੈ ਕੇ ਵਿੱਤੀ ਮਦਦ ਤੇ ਨਾਲ ਹੀ ਹੋਰ ਮਦਦ ਮੁਹੱਈਆ ਵੀ ਕਰਵਾਈ ਜਾ ਰਹੀ ਹੈ। ਤਾਂ ਇਸੇ ਦੌਰਾਨ ਰਸ਼ੀਆ ਦੇ ਅੰਬੈਸਡਰ ਨੇ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਬਿਆਨ ਦਿੱਤਾ ਕਿ ਰਸ਼ੀਅਨਸ ਦੇ ਵਾਸਤੇ ਕੈਨੇਡਾ ਇੱਕ ਖਤਰਨਾਕ ਦੇਸ਼ ਹੈ। ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਰਸ਼ੀਆ ਦੇ ਅੰਬੈਸਡਰ ਨੇ ਕਿਹਾ ਕਿ ਕੈਨੇਡਾ ਰਸ਼ੀਆ ਵਾਸੀਆਂ ਦੇ ਲਈ ਬਹੁਤ ਖਤਰਨਾਕ ਦੇਸ਼ ਹੈ। ਓਲੇਗ ਸਟੈਪਾਨੋਵ ਨੇ ਕਿਹਾ ਕਿ ਕੈਨੇਡਾ ਵਿੱਚ ਰਸ਼ੀਆ ਵਾਸੀਆਂ ਦੇ ਨਾਲ ਲਗਾਤਾਰ ਨਸਲੀ ਵਿਤਕਰਾ ਹੋ ਰਿਹਾ ਹੈ ਤੇ ਰਸ਼ੀਅਨਸ ਦੇ ਉੱਤੇ ਲਗਾਤਾਰ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ। ਲੰਘੇ ਸ਼ੁੱਕਰਵਾਰ ਨੂੰ ਰਸ਼ੀਆ ਦੇ ਰਾਜਦੂਤ ਨੇ ਇਹ ਗੱਲਾਂ ਕਹੀਆਂ, ਜਿਨ੍ਹਾਂ ਕਿਹਾ ਕਿ ਉਹ ਘੁੰਮਣ ਲਈ, ਪੜ੍ਹਨ ਲਈ ਜਾਂ ਵਪਾਰ ਲਈ ਕੈਨੇਡਾ ਨਾ ਆਉਣ ਦੀ ਸਲਾਹ ਦੇਣਗੇ। ਜਿਨ੍ਹਾਂ ਇਹ ਵੀ ਕਿਹਾ ਕਿ ਜਦ ਕਿ ਜ਼ਿਆਦਾਤਰ ਕੈਨੇਡਾ ਵਾਸੀ ਰਸ਼ੀਅਨਸ ਦੇ ਨਾਲ ਚੰਗਾ ਵਤੀਰਾ ਕਰਦੇ ਨੇ ਤੇ ਮਾਸਕੋ ਦੀ ਕੈਨੇਡਾ ਦੇ ਲਈ ਟਰੈਵਲ ਐਡਵਾਈਜ਼ਰੀ ਸਟਰੀਟਸ ਦੇ ਉੱਤੇ ਗੈਂਗਵਾਰ ਦੀ ਚੇਤਾਵਨੀ ਦਿੰਦੀ ਹੈ, ਨਾ ਕਿ ਖਰਾਬ ਮੌਸਮ ਦੇ ਬਾਰੇ। ਜਿਨ੍ਹਾਂ ਕਿਹਾ ਕਿ ਜੋ ਇਸ ਸਮੇਂ ਕੈਨੇਡਾ ਦੇ ਰਸ਼ੀਆ ਦੇ ਨਾਲ ਰਿਸ਼ਤੇ ਨੇ, ਜਿਸ ਕਰਕੇ ਵੈਨਕੂਵਰ ਵਿੱਚ ਰਸ਼ੀਆ ਕੌਂਸੂਲੇਟ ਨਹੀਂ ਖੋਲ੍ਹ ਸਕਿਆ ਹੈ। ਜਿਨ੍ਹਾਂ ਕਿਹਾ ਕਿ ਰਸ਼ੀਆ ਕੈਨੇਡਾ ਦੇ ਨਾਲ ਗੱਲਬਾਤ ਦੇ ਲਈ ਤਿਆਰ ਹੈ ਜੇਕਰ ਕੈਨੇਡਾ ਅਮਰੀਕਾ ਦੀਆਂ ਪਾਲਿਸੀਆਂ ਦੇ ਹਵਾਲੇ ਦੇਣੇ ਬੰਦ ਕਰ ਦੇਵੇ, ਯਾਨੀ ਕਿ ਉਹਨਾਂ ਦਾ ਸਮਰਥਨ ਨਾ ਕਰੇ। ਤਾਂ ਦੂਜੇ ਪਾਸੇ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਤਾਂ ਹੀ ਸੰਭਵ ਹੈ ਜੇਕਰ ਰਸ਼ੀਆ ਯੂਕਰੇਨ ਦੇ ਉੱਤੇ ਹਮਲੇ ਕਰਨੇ ਬੰਦ ਕਰ ਦੇਵੇ ਤੇ ਯੂਕਰੇਨ ਨੂੰ ਹੋਏ ਨੁਕਸਾਨ ਦੇ ਲਈ ਮੁਆਵਜ਼ਾ ਵੀ ਦੇਵੇ। ਹੁਣ ਤੁਹਾਨੂੰ ਜਾਣਕਾਰੀ ਦੱਸਾਂਗੇ, ਜਿਵੇਂ ਕਿ ਕੱਲ੍ਹ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਐਤਵਾਰ ਨੂੰ ਟੋਰਾਂਟੋ ਵਿੱਚ ਇੱਕ ਸਬਵੇ ਸਟੇਸ਼ਨ ਦੇ ਉੱਤੇ ਔਰਤ ਤੇ ਹਮਲਾ ਕੀਤਾ ਗਿਆ ਹੈ। 3 ਜਣਿਆਂ ਨੇ ਹਮਲਾ ਕੀਤਾ ਸੀ, ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋ ਕੱਲ੍ਹ ਇੱਕ ਲੜਕੀ ਤੇ ਹਮਲਾ ਕਰਨ ਬਾਰੇ ਪੁਲਿਸ ਨੇ ਦੱਸਿਆ ਸੀ, ਜਿਸ ਤੋਂ ਬਾਅਦ ਹੁਣ 3 ਨੌਜਵਾਨਾਂ ਦੇ ਉੱਤੇ ਕੇਸ ਦਰਜ ਕਰ ਦਿੱਤੇ ਗਏ ਨੇ, ਜੋ ਐਤਵਾਰ ਨੂੰ ਇੱਕ ਔਰਤ ਦੇ ਮੂੰਹ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸਪੈਡਨਾ ਸਬਵੇ ਸਟੇਸ਼ਨ ਦੇ ਉੱਤੇ। ਟੋਰਾਂਟੋ ਪੁਲਿਸ ਮੁਤਾਬਕ ਸੋਮਵਾਰ ਨੂੰ ਗ੍ਰਿਫਤਾਰੀਆਂ ਹੋਈਆਂ ਜਦੋਂ ਇਹ ਨੌਜਵਾਨ ਇੱਕ ਇਮਾਰਤ ਵਿੱਚ ਸਨ ਤੇ ਉੱਥੇ ਤੋਂ ਉਹ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਪੁਲਿਸ ਨੂੰ ਦੇਖ ਕੇ, ਜਿਨ੍ਹਾਂ ਵਿੱਚ ਇੱਕ ਲੜਕੀ ਤੇ 2 ਲੜਕੇ ਸਨ। ਪੁਲਿਸ ਮੁਤਾਬਕ ਜਦੋਂ ਗ੍ਰਿਫਤਾਰੀ ਕੀਤੀ ਗਈ ਤਾਂ ਇੱਕ ਨੌਜਵਾਨ ਨੇ ਪੁਲਿਸ ਵਾਲੇ ਨੂੰ ਤੇਜ਼ਧਾਰ ਹਥਿਆਰ ਦੇ ਨਾਲ ਡਰਾਉਣ ਦੀ ਕੋਸ਼ਿਸ਼ ਵੀ ਕੀਤੀ। ਇੱਕ ਲੜਕੇ ਦੀ ਉਮਰ 15 ਸਾਲ, ਇੱਕ ਦੀ 16 ਸਾਲ ਤੇ ਤੀਜੀ ਲੜਕੀ ਹੈ ਜਿਸ ਦੀ ਉਮਰ 15 ਸਾਲ ਹੈ। ਇਹ ਸਾਰੇ ਨਾਬਾਲਗ ਨੇ, ਜਿਸ ਕਰਕੇ ਇਹਨਾਂ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਜਿਵੇਂ ਪਹਿਲਾਂ ਵੀ ਅਸੀਂ ਜਾਣਕਾਰੀ ਦਿੱਤੀ ਸੀ ਕਿ ਐਤਵਾਰ ਨੂੰ ਇਹਨਾਂ 3 ਜਣਿਆਂ ਦੇ ਨਾਲ ਸਪੈਡਨਾ ਸਬਵੇ ਸਟੇਸ਼ਨ ਦੇ ਉੱਤੇ ਇੱਕ ਔਰਤ ਦੀ ਬਹਿਸ ਹੋਈ, ਜਿਸ ਤੋਂ ਬਾਅਦ ਇਹਨਾਂ ਵਿੱਚੋਂ ਇੱਕ ਨੌਜਵਾਨ ਨੇ ਉਸ ਔਰਤ ਦੇ ਮੂੰਹ ਤੇ ਥੁੱਕਿਆ, ਉਸ ਨੂੰ ਧੱਕੇ ਮਾਰੇ ਤੇ ਫਿਰ ਇੱਕ ਤੇਜ਼ਧਾਰ ਹਥਿਆਰ ਦੇ ਨਾਲ ਉਸ ਦੇ ਮੂੰਹ ਦੇ ਉੱਤੇ ਹਮਲਾ ਵੀ ਕੀਤਾ, ਜਿਸ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਦਿੱਤਾ ਗਿਆ ਤੇ ਉਹ ਜ਼ਿਆਦਾ ਗੰਭੀਰ ਜ਼ਖਮੀ ਨਹੀਂ ਹੋਈ। ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ, ਪਰ ਅੰਤ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਵੇਂ ਸਰੀ ਦੇ ਵਿੱਚੋਂ 42 ਸਾਲਾ ਕਮਲਜੀਤ ਟਿਵਾਣਾ ਨਾਮਕ ਔਰਤ ਲਾਪਤਾ ਨੇ, ਉਹਨਾਂ ਦੇ ਬਾਰੇ ਹਜੇ ਤੱਕ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ, ਜਿਸ ਦੇ ਬਾਰੇ ਪੁਲਿਸ ਨੇ ਕੋਈ ਹੋਰ ਅਪਡੇਟ ਜਾਰੀ ਨਹੀਂ ਕੀਤੀ ਹੈ। ਜੇਕਰ ਕਿਸੇ ਨੂੰ ਵੀ ਉਹਨਾਂ ਦੇ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੇ ਨਾਲ ਤੁਰੰਤ ਸੰਪਰਕ ਜ਼ਰੂਰ ਕਰਨ। ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।